भाजपा नेता राणा गुरमीत सिंह सोढी का बयान। अकाली भाजपा का गठजोड़ कुछ लोगों की सोच है, लेकिन उप पार्टी में जो भी अभी तक स्थिति है वह लाइंस करने की नहीं है। बीजेपी पंजाब में लोकसभा की 13 सीटों पर ही चुनाव लड़ेगी। देखो ਉਹਦੇ ਚ ਮਸਲੇ ਡਰੱਗਸ ਦਾ ਬਹੁਤ ਵੱਡਾ ਮਸਲਾ ਹੈ, ਕਿਉਂਕਿ ਡਰੱਗਸ ਦੀ ਵਜ੍ਹਾ ਕਰਕੇ ਹੀ ਖੋਹਾਂ ਚੋਰੀਆਂ ਹੋ ਰਹੀਆਂ ਨੇ। ਇਹ ਸਾਨੂੰ ਇਹਦੇ ਤੇ ਕੋਈ ਨਾ ਕੋਈ ਸੋਚ ਕਰਨੀ ਪਏਗੀ ਗਹਿਰਾਈ ਦੇ ਨਾਲ ਕਿ ਜਿੰਨੇ ਵੀ ਨੌਜਵਾਨ ਨੇ ਅਸੀਂ ਉਹਨਾਂ ਨੂੰ ਅੱਜ ਅਸੀਂ ਗੁਨਾਹਗਾਰ ਨਹੀਂ ਕਹਿ ਸਕਦੇਗੇ, ਲੇਕਿਨ ਜਿਹੜੀ ਤਸਕਰੀ ਹੋ ਰਹੀ ਉਹਨੂੰ ਬੰਦ ਕਰਨਾ ਜਿਹੜਾ ਸਰਕਾਰ ਦਾ ਕੰਮ ਹੈ। ਡਰੱਗਸ ਅੱਜ ਇਸ ਵੇਲੇ ਸਾਰੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਇਸ਼ੂ ਬਣ ਚੁੱਕਾ ਹੈ, ਜਿਹਦੇ ਨਾਲ ਦਿਨ ਬ ਦਿਨ ਜਿਹੜੀ ਹੈ ਪੰਜਾਬ ਦੀ ਮਾਲੀ ਹਾਲਤ ਔਰ ਨੌਜਵਾਨਾਂ ਦੀ ਜਿਹੜੀ ਫਿਜ਼ੀਕਲ ਹਾਲਤ ਹੈ ਉਹ ਖਤਰੇ 'ਚ ਪੈਂਦੀ ਜਾ ਰਹੀ ਹੈ। ਔਰ ਉਹਦੇ ਨਾਲ ਹੀ ਜਿਹੜੀਆਂ ਖੂਹਾਂ ਚੋਰੀਆਂ ਡਕੈਤੀਆਂ ਇਹ ਜਿਹੜੀਆਂ ਚੱਲ ਰਹੀਆਂ ਨੇ ਇਹ ਉਹਨਾਂ ਉਸੇ ਦਾ ਹੀ ਇੱਕ ਹਿੱਸਾ ਹੈ। ਅੱਜ ਮੈਨੂੰ ਪਤਾ ਲੱਗਾ ਕਿ ਗੁਰਦੁਆਰਾ ਸਾਹਿਬ ਪ੍ਰਗਟ ਸਾਹਿਬ ਦੀ ਗੋਲਕ ਵੀ ਜਿਹੜੀ ਹੈ ਉਹਨੂੰ ਵੀ ਲੋਕਾਂ ਨੇ ਤੋੜ ਕੇ ਉਹਦੇ 'ਚੋਂ ਪੈਸਾ ਕੱਢ ਲਿਆ ਹੈਗਾ, ਜਿਹੜਾ ਕਿ ਬੜਾ ਨਿੰਦਣਯੋਗ ਹੈ। ਸੋ ਇਸ ਕਰਕੇ ਮੈਂ ਲਾਅ ਐਂਡ ਆਰਡਰ ਦੇ ਬਾਰੇ ਗੱਲ ਕੀਤੀ। ਇਸ ਤੋਂ ਇਲਾਵਾ ਹੋਰ ਕੀ ਮਸਲੇ ਹੈ? ਮਸਲੇ ਇਸ ਤੋਂ ਇਲਾਵਾ ਕੰਪਨਸੇਸ਼ਨ ਦਾ ਕਿ ਕਿਸਾਨਾਂ ਨੂੰ ਪੂਰਾ ਕੰਪਨਸੇਸ਼ਨ ਨਹੀਂ ਮਿਲਿਆ, ਔਰ ਜਿਹੜੇ ਕਿਸਾਨ ਜ਼ਮੀਨ ਦੇ ਮਾਲਕ ਨਹੀਂ ਹੈ, ਪਟਵਾਰੀ ਉਹਨਾਂ ਨੂੰ ਕਹਿੰਦੇ ਨੇ ਜੀ ਵੀ ਤੁਸੀਂ ਮਾਲਕ ਨਹੀਂ ਹੈ, ਲੇਕਿਨ ਕਾਸ਼ਤਕਾਰ ਉਹ ਕਰਦੇ ਨੇ, ਕਾਸ਼ਤਕਾਰੀ ਕਰਦੇ ਰਹੇ ਨੇ। ਅੱਜ ਵੀ ਉਹਨਾਂ ਨੇ ਝੋਨੇ ਬੀਜੇ ਨੇ, ਕਣਕ ਵੀ ਬੀਜਣਗੇ, ਲੇਕਿਨ ਜੇ ਉਹਨਾਂ ਨੂੰ ਸਿਰਫ ਇਸ ਕਰਕੇ ਵੀ ਮਾਲਕੀ ਨਹੀਂ, ਉਹਦੀ ਤਸਦੀਕ ਜਿਹੜੀ ਹੈ, ਮੇਰਾ ਇਹ ਮਸ਼ਵਰਾ ਹੈ ਸਰਕਾਰ ਨੂੰ ਕਿ ਉਹਦੀ ਜਿਹੜੀ ਤਸਦੀਕ ਕਰਨ ਦੀ ਜਿਹੜੀ ਅਥਾਰਟੀ ਹੈ ਉਹ ਨੰਬਰਦਾਰ ਤੇ ਸਰਪੰਚ ਪਿੰਡ ਦਾ, ਉਹਨਾਂ ਨੂੰ ਹਰ ਪਤਾ ਹੁੰਦਾ ਵੀ ਕਿਹੜਾ ਖੱਤਾ ਕਿਹੜੇ ਬੰਦੇ ਨੇ ਕਿਹੜਾ ਕਿੱਲਾ ਬੀਜਿਆ ਤੇ ਕਦੋਂ ਦਾ ਬੀਜ ਰਿਹਾ, ਤੇ ਉਸ ਹਿਸਾਬ ਦੇ ਨਾਲ ਉਹਨਾਂ ਨੂੰ 20,000 ਰੁਪਏ ਏਕੜ ਦੇ ਹਿਸਾਬ ਨਾਲ ਮੌਜੂਦਾ ਸਰਕਾਰ ਕੰਪਨਸੇਸ਼ਨ ਦੇਵੇ। ਜਿਹੜੇ ਕਰਜ਼ੇ ਨੇ ਇਹਨਾਂ ਕਿਸਾਨਾਂ ਦੇ ਕੋਆਪਰੇਟਿਵ ਬੈਂਕਾਂ ਦੇ ਉਹ ਮੁਆਫ ਕਰਨ, ਔਰ ਜਿਹੜਾ ਬੀਜ ਹੈ ਕਣਕ ਦਾ ਤੇ ਖਾਦ ਜਿਹੜੀ ਹੈ ਉਹ ਉਹਨਾਂ ਨੂੰ ਫ੍ਰੀ ਆਫ ਕਾਸਟ ਸਪਲਾਈ ਕੀਤੀ ਜਾਏ ਤਾਂ ਕਿ ਉਹ ਆਪਣੀ ਹਾੜੀ ਦੀ ਫਸਲ ਬੀਜ ਸਕਣ। ਰਾਣਾ ਜੀ, ਜਿਨ੍ਹਾਂ ਦੇ ਖੇਤਾਂ ਦੇ ਵਿੱਚ ਰੇਤ ਆ ਗਈ ਸੀ ਸਤਲੁਜ ਦਰਿਆ ਦੇ ਕਾਰਨ, ਉਹ ਕਹਿੰਦੇ ਸੀ ਵੀ ਸਾਨੂੰ ਰੇਤ ਚੱਕਣ ਦੀ ਪਰਮਿਸ਼ਨ ਦਿੱਤੀ ਜਾਵੇ, ਪਰ ਇੱਕ ਲੈਟਰ ਸਾਹਮਣੇ ਆਈ ਆ ਕੱਲ ਵੀ 3 ਤਰੀਕ ਨੂੰ ਪੰਜਾਬ ਸਰਕਾਰ ਨੇ ਇੱਕ ਲੈਟਰ ਕੱਢਤੀ ਔਰ ਉਹਦੇ 'ਚ ਲਿਖਤਾ ਵੀ 5 ਤਰੀਕ ਤੱਕ ਰੇਤ ਚੱਕ ਲਓ, ਪਰ ਲੋਕਾਂ ਨੂੰ ਤਾਂ ਫੀਲਡ 'ਚ ਪਤਾ ਹੀ ਨਹੀਂ ਲੱਗਿਆ ਵੀ 5 ਤਰੀਕ ਤੱਕ ਰੇਤ ਚੱਕਣੀ ਸੀ। ਦੇਖੋ ਇਹਦਾ ਮਤਲਬ ਕਿ ਇਹ ਤਾਂ ਗੋਂਗਲੋਂ ਤੋਂ ਮਿੱਟੀ ਲਾਉਣ ਵਾਲੀ ਗੱਲ ਹੈ ਕਿ 2 ਦਿਨ ਦੇ ਵਿੱਚ ਕਿਵੇਂ ਰੇਤ ਚੱਕੀ ਜਾਏਗੀ, ਔਰ ਉਹਦੇ ਵਾਸਤੇ ਇੱਕ ਲੰਬਾ ਅਰਸਾ ਟਾਈਮ ਦਾ ਚਾਹੀਦਾ, ਕਿਉਂਕਿ ਜ਼ਮੀਨਾਂ ਹਾਲੇ ਗਿੱਲੀਆਂ ਨੇ। ਉਹਦੇ 'ਚ ਰੇਤਾ ਚੱਕਣ ਵਾਸਤੇ ਟਰੈਕਟਰ ਟਰਾਲੀ ਨੇ ਜਾਣਾ ਹੈ, ਬੰਦਿਆਂ ਨੇ ਜਾਣਾ ਹੈ, ਤਾਂ ਮੇਰਾ ਖਿਆਲ ਹੈ ਉਹਦੇ 'ਚ ਘੱਟ ਤੋਂ ਘੱਟ 30 ਦਿਨ ਦਾ ਟਾਈਮ ਸਰਕਾਰ ਨੂੰ ਦੇਣਾ ਚਾਹੀਦਾ ਕਿ ਉਹ ਰੇਤ ਚੱਕ ਕੇ ਜਿਹੜੀ ਹੈਗੀ ਉਹ ਵੇਚ ਲੈਣ ਜਾਂ ਆਪਦੀ ਮਿੱਟੀ ਜੋ ਵੀ ਕਰਨਾ ਹੈ ਉਹ ਸਾਰੇ ਹੱਕ ਹਕੂਕ ਉਸ ਜ਼ਿਮੀਂਦਾਰ ਨੂੰ ਮਿਲਣੇ ਚਾਹੀਦੇ। ਰਾਣਾ ਸਾਹਿਬ, ਕੇਂਦਰ 'ਚ ਤੁਹਾਡੀ ਸਰਕਾਰ ਹੈ, ਤੁਸੀਂ 20,000 ਦੀ ਮੰਗ ਕਰ ਰਹੇ ਹੋ ਮੁਆਵਜ਼ੇ ਦੀ, ਤਾਂ ਕਈ ਜ਼ਮੀਨਾਂ ਹੈ ਕੱਚੀਆਂ ਨੇ, ਕੀ ਤੁਸੀਂ ਕੇਂਦਰ ਸਰਕਾਰ ਤੋਂ ਇਹ ਮੰਗ ਨਹੀਂ ਕਰਦੀ ਪੱਕੀਆਂ ਜ਼ਮੀਨਾਂ ਹੋਣ ਨਹੀਂ ਤਾਂ ਫਿਰ ਹੀ ਮੌਸਮ? ਬਿਲਕੁਲ ਜੀ, ਸਾਡੀ ਉਹ ਮੰਗ ਹੈ, ਉਹ ਮੰਗ ਜਾਰੀ ਹੈ, ਔਰ ਉਸ ਮੰਗ ਤੇ ਕੇਂਦਰ ਸਰਕਾਰ ਪੂਰਾ ਧਿਆਨ ਦੇ ਰਹੀ ਹੈ। ਜਲਦੀ ਹੀ ਉਹਨਾਂ ਤੇ ਕੋਈ ਨਾ ਕੋਈ ਜਿਹੜਾ ਐਕਸ਼ਨ ਹੈ ਕੇਂਦਰ ਸਰਕਾਰ ਵੱਲੋਂ ਕੀਤਾ ਜਾਏਗਾ। ਸਰ, ਇੱਕ ਦੂਜੇ ਪਾਸੇ ਸੰਜੇ ਸਿੰਘ ਜਿਹੜੇ MP ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਕਿ ਕੇਜਰੀਵਾਲ ਸਾਹਿਬ ਕਹਿ ਰਹੇ ਨੇ ਕਿ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਹੈ ਉਹ ਸਭ ਤੋਂ ਜ਼ਿਆਦਾ ਭ੍ਰਿਸ਼ਟਾਚਾਰ ਹੈ, ਤਾਂ ਕਿਵੇਂ ਦੇਖਦੇ ਹੋ? ਦੇਖੋ ਗੱਲ ਇਹ ਕਿ ਇਹ ਨਹੀਂ ਗੱਲ ਵੀ ਕੇਜਰੀਵਾਲ ਜੀ ਕੀ ਕਹਿ ਰਹੇ ਨੇ ਜਾਂ ਰਾਣਾ ਸੋਢੀ ਕੀ ਕਹਿ ਰਿਹਾ। ਜਿਹੜੇ ਮੈਟਰ ਸਬਜੂਡਿਸ ਹੋ ਗਏ ਨੇ, ਇਹ ਜਿਹੜਾ ਦਿੱਲੀ ਲਿਕਰ ਸਕੈਮ ਹੈ ਇਹ ਸੁਪਰੀਮ ਕੋਰਟ ਤੱਕ ਪਹੁੰਚ ਚੁੱਕਾ ਹੈ, ਔਰ ਉਹਦੇ ਵਿੱਚ ਜਿਹੜੇ ਬੰਦੇ ਗੁਨਾਹਗਾਰ ਨੇ ਉਹ ਨਾਮਜ਼ਦ ਹੋ ਚੁੱਕੇ ਨੇ। ਸੋ ਇਸ ਕਰਕੇ ਜਿਹੜਾ ਵੀ ਕੋਈ ਐਕਸ਼ਨ ਹੈਗਾ ਉਹ ਐਜ਼ ਪਰ ਲਾਅ ਲਿਆ ਜਾ ਰਿਹਾ ਹੈਗਾ। ਰਾਣਾ ਜੀ, ਫਿਰੋਜ਼ਪੁਰ ਦੇ ਵਿੱਚ ਜਿਵੇਂ ਲੁੱਟਾਂ ਖੋਹਾਂ ਦੀ ਆਪਾਂ ਗੱਲ ਕੀਤੀ ਬਹੁਤ ਜ਼ਿਆਦਾ ਵੱਧ ਚੁੱਕੀਆਂ ਪੰਜਾਬ 'ਚ, ਸ਼ਾਇਦ ਮੈਂ ਕਹਿੰਦੇ ਵੀ ਲੋਕ ਤਾਂ ਕਹਿੰਦੇ ਵੀ ਇਹਦਾ ਨਾਂ ਚੋਰਪੁਰ ਰੱਖ ਦੇਣਾ ਚਾਹੀਦਾ ਫਿਰੋਜ਼ਪੁਰ ਦਾ ਬਦਲ ਕੇ, ਪਰ ਵਿਧਾਇਕ ਚਾਰੋਂ ਦੇ ਚਾਰੋਂ ਕਿਉਂ ਚੁੱਪ ਆ? ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਮੌਜੂਦਾ ਜਿਹੜੇ ਨੇ ਉਹਨਾਂ ਨੂੰ ਬੋਲਣਾ ਨਹੀਂ ਚਾਹੀਦਾ? ਮੈਂ ਤੁਹਾਨੂੰ ਇਸੇ ਗੱਲ ਕਰਕੇ ਬਾਰ-ਬਾਰ ਕਹਿ ਰਿਹਾ ਕਿ ਵਿਧਾਇਕ ਜਿਹੜੇ ਨੇ ਉਹ ਬਣ ਤਾਂ ਗਏ ਨੇ, ਲੇਕਿਨ ਉਹ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾ ਰਹੇ। ਲੋਕਾਂ ਦੇ ਨਾਲ ਉਹ ਉਹਨਾਂ ਦੇ ਦੁੱਖ ਦੇ ਵਿੱਚ ਨਹੀਂ ਖੜੇ ਹੋ ਰਹੇ ਗਏ। ਇਹ ਤਾਂ ਮੈਂ ਬਾਰ-ਬਾਰ ਕਹਿ ਰਿਹਾ ਕਿ ਜਿਹੜੀ ਗੱਲ ਮੈਂ ਕਹਿ ਰਿਹਾ ਇਹ ਅੱਜ ਦੇ ਵਿਧਾਇਕਾਂ ਨੂੰ ਇਹ ਗੱਲ ਕਰਨੀ ਚਾਹੀਦੀ ਸੀ, ਅੱਗੇ ਵੱਧ ਕੇ ਕੰਪਨਸੇਸ਼ਨ ਦਿਲਾਉਂਦੇ। ਇਹ ਉਹਨਾਂ ਦੀ ਡਿਊਟੀ ਹੈ, ਕਿਸੇ ਤੇ ਅਹਿਸਾਨ ਨਹੀਂ ਹੈਗਾ ਗਾ। ਸੋ ਕਿਉਂਕਿ
ਉਹ ਘਰ ਬੈਠੇ ਵਿਧਾਇਕ ਬਣ ਗਏ ਨੇ, ਉਹਨਾਂ ਨੂੰ ਲੋਕਾਂ ਦੇ ਦੁੱਖ ਦਰਦ ਦਾ ਨਹੀਂ ਪਤਾਗਾ, ਇਸ ਕਰਕੇ ਉਹ ਚੁੱਪ ਕਰਕੇ ਬੈਠੇ ਨੇ। ਇੱਕ ਕਾਂਗਰਸ ਦੇ ਵੱਡੇ ਲੀਡਰ ਨੇ ਕਹਿਤਾ ਕਿ ਮੇਰੇ ਨਾਲ ਬਹੁਤ ਸਾਰੇ ਵਿਧਾਇਕਾਂ ਦੇ ਸੰਪਰਕ ਆ, ਸ਼ਾਇਦ ਅਸੀਂ ਸ਼ਿਫਟ ਮਾਰ ਦਿਆਂਗੇ। ਲੱਗਦਾ ਵੀ ਇਹ ਵੀ ਕਾਰਨ ਹੋ ਸਕਦਾ ਵੀ ਜਿਵੇਂ ਤੁਸੀਂ ਕਹਿੰਦੇ ਵਰਕਿੰਗ ਨਹੀਂ ਕਰ ਦੇਖੋ ਜਿਹੜੇ ਕਾਂਗਰਸ ਦੇ ਕੋਈ ਲੀਡਰ ਇਸ ਤਰ੍ਹਾਂ ਦੀ ਗੱਲ ਕਰ ਰਹੇ ਨੇ ਜਾਂ ਜਿਹੜੇ ਵਿਧਾਇਕ ਉਹਨਾਂ ਦਾ, ਇਹ ਤਾਂ ਉਹਨਾਂ ਦਾ ਪਰਸਨਲ ਮੈਟਰ ਹੈਗਾ, ਕੀ ਕਰਦੇ ਨੇ ਕੀ ਨਹੀਂ ਕਰਦੇ, ਸਿਆਸਤ 'ਚ ਬਹੁਤ ਕੁਝ ਹੋ ਜਾਂਦਾ, ਲੇਕਿਨ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇੱਕ ਜਿਹੜਾ ਸੈਂਟਰ ਨੇ 218 ਕਰੋੜ ਰੁਪਇਆ ਦਿੱਤਾ ਹੈ, ਕੀ ਉਹ ਪੂਰਾ ਲੱਗ ਚੁੱਕਾ ਹੈ ਜਾਂ ਪੰਜਾਬ ਸਰਕਾਰ ਸਿਰਫ ਦਾਅਵੇ ਕਰ ਰਹੀ ਕਿ ਅਸੀਂ ਵੀ ਮੁਆਵਜ਼ੇ ਦੇ ਰਹੇ ਹਾਂ? ਦੇਖੋ ਪੰਜਾਬ ਸਰਕਾਰ ਦਾ ਕੋਈ ਮੁਆਵਜ਼ਾ ਨਹੀਂ ਆਇਆਗਾ, ਹਰ ਇੱਕ ਚੀਜ਼ ਜਿਹੜੀ ਹੈ ਕ੍ਰਿਸਟਲ ਕਲੀਅਰ ਹੈ। 218 ਕਰੋੜ ਜਿਹੜਾ ਸੈਂਟਰਲ ਗਵਰਨਮੈਂਟ ਨੇ ਦਿੱਤਾ ਹੈ, ਉਹ ਇਹਨਾਂ ਨੇ ਆਪਣੀ ਕੈਲਕੂਲੇਸ਼ਨ ਦੇ ਨਾਲ 6800 ਰੁਪਏ ਏਕੜ ਦੀ ਗੱਲ ਕੀਤੀ ਹੈ, ਲੇਕਿਨ ਉਹ ਕਿੰਨੇ ਬੰਦਿਆਂ ਨੂੰ ਮਿਲਿਆ? ਉਹ ਮੇਰੇ ਖਿਆਲ 10% ਲੋਕਾਂ ਨੂੰ ਵੀ ਨਹੀਂ ਮਿਲਿਆਗਾ। ਲੋਕ ਵਿਚਾਰੇ ਭੱਜ ਦੌੜ ਕਰ ਰਹੇ। ਮੈਂ ਕੱਲ ਵੀ ਪਿੰਡਾਂ ਦੇ ਵਿੱਚ ਗਿਆ, ਕੱਲ ਵੀ ਮੈਂ ਬਾਰਡਰ ਏਰੀਏ ਦੀ ਪੱਟੀ ਤੇ ਜਾ ਕੇ ਆਇਆ, ਕਈਆਂ ਪਿੰਡਾਂ 'ਚ ਜਾ ਕੇ ਆਇਆ, ਉੱਥੇ ਕਿਸੇ ਨੂੰ ਮੁਆਵਜ਼ਾ ਹੀ ਨਹੀਂ ਮਿਲਿਆਗਾ। ਜ਼ਮੀਨਾਂ ਉਹਨਾਂ ਦੀਆਂ ਬੰਜਰ ਹੋ ਗਈਆਂ ਨੇ, ਪਾਣੀ ਹਾਲੇ ਵੀ ਖੜਾ ਹੈ। ਕਿਸ ਤਰ੍ਹਾਂ ਕਣਕ ਬੀਜਣਗੇ, ਕਿਸ ਤਰ੍ਹਾਂ ਅਗਲੀ ਹਾੜੀ ਦੀ ਫਸਲ ਕਰਨਗੇ, ਕਿਸ ਤਰ੍ਹਾਂ ਆਪਣਾ ਪਰਿਵਾਰ ਚਲਾਉਣਗੇ? ਤਾਂ ਇਹਦੇ ਬਾਰੇ ਤਾਂ ਸਰਕਾਰ ਨੂੰ ਸੋਚਣਾ पड़ेगा। पीजीआई फिरोजपुर का ज्वलंत मुद्दा है, बोर्ड लग गया, 1 दिसंबर से पीजीआई का निर्माण शुरू हो जाएगा। बीजेपी ने कहा था कि मेडिकल कॉलेज भी साथ बनवाएंगे, उसको लेकर चुप क्यों है? देखिए मेरी बात सुनिए, जो इनिशियल बात हुई थी वो ये थी कि पीजीआई सैटेलाइट सेंटर और ट्रॉमा सेंटर बनेगा, लेकिन जब प्रधानमंत्री जी ने यहाँ उनका आगमन था, जहाँ आना था, तब मैंने हेल्थ मिनिस्टर साहब से स्टेज पे ये डिमांड करी थी कि यहाँ इसके साथ हमें मेडिकल कॉलेज भी दें। उससे पहले मेडिकल कॉलेज की ना कभी बात हुई थी, ना ही पीजीआई ने कभी या सेंट्रल गवर्नमेंट ने मेडिकल कॉलेज के बारे में इस फिरोजपुर में रखने का विचार किया था। लेकिन हेल्थ मिनिस्टर साहब ने तब इसके बारे में सोच विचार करने के लिए मेरे से मिलकर आया हूँ, 3 दफ़ा मिला हूँ। मैंने होम मिनिस्टर साहब से भी बेनती करी है और मेरा ख्याल है कि ये फर्स्ट फेज़ है, हम उसको जो मेडिकल कॉलेज है उसको लेकर आएंगे, बेशक उसका फेज़ सेकंड हो। अनफॉर्चुनेटली पीछे फ्लड थे, गृह मंत्री जी का प्रोग्राम पोस्टपोन हुआ, लेकिन बात अब असलियत और मुद्दे की ये है कि मैं फिरोजपुर वासियों को मुबारकबाद देना चाहता हूँ कि हमारे जो स्वर्गीय कमल शर्मा जी थे, उन्होंने ये बात उठाई थी। तब मैं फिरोजपुर से विधायक का इलेक्शन नहीं लड़ा था और तब मेरे को याद है उन्होंने कहा था कि पीजीआई यहाँ आना चाहिए, उन्होंने ये मुद्दा उठाया था। और आज मैं सबको मुबारकबाद देता हूँ और सेंट्रल सरकार का धन्यवाद करता हूँ, प्रधानमंत्री जी का, गृह मंत्री जी का, नड्डा साहब जी का, हेल्थ मिनिस्टर साहब का, कि उन्होंने जो टेंडर निकाल दिया है, इससे ये आज बिल्कुल क्लैरिटी में हो गया है कि पीजीआई का जड़ा काम है, निर्माण है, वो शुरू हो जाएगा और उसके बाद जो मेडिकल कॉलेज का है उसका मैं फॉलो अप कर रहा हूँ और जल्द मेडिकल कॉलेज भी यहाँ लाया जाए। क्रेडिट वार भी काफ़ी चल रही भी ਅਸੀਂ ਲੈ ਕੇ ਆਏ, ਇਹਨੂੰ ਵੀ ਕਲੀਅਰ ਕਰੋ। देखो जी, क्रेडिट वार ਦੀ ਤਾਂ ਇਹ ਗੱਲ ਹੈਗੀ ਕਿ ਪੋਲੀਟੀਕਲ ਬੰਦੇ ਜਿਹੜੇ ਨੇ ਇਸ ਗੱਲ 'ਚ ਦੌੜ ਪੈਂਦੇ ਨੇ, ਲੇਕਿਨ ਲੋਕਾਂ ਨੂੰ ਪਤਾ ਹੁੰਦਾ ਹੈ, ਲੋਕ ਮਹਿਸੂਸ ਕਰਦੇ ਨੇ ਵੀ ਇਹਦੀ ਸ਼ੁਰੂਆਤ ਕਿਵੇਂ ਹੋਈ, ਇਹਨੂੰ ਫੋਲੋ ਅਪ ਕਿੰਨੇ ਕੀਤਾ ਔਰ ਇਹਦਾ ਨਿਰਮਾਣ ਕਿਵੇਂ ਹੋਇਆ। ਤੇ ਇਹ ਗੱਲਾਂ ਦੇ ਵਿੱਚ ਕੋਈ ਪੈਣ ਦਾ ਕੋਈ ਫਾਇਦਾ नहीं, लेकिन एंड ऑफ द डे मेरी जो सोच है, जो मेरी भावना है, वो ये है कि लोगों के लिए ये एक बड़ी ज़रूरी चीज़ थी, फिरोजपुर के इलाके के लिए, फिरोजपुर के रूरल एरिया के लिए, फिरोजपुर शहर के लिए, कि इसका निर्माण होना ज़रूरी था। वो हो गया है, जिसके लिए मैंने मुबारकबाद भी दे दी और धन्यवाद भी कर दी। ज़्यादातर कांग्रेस के नेता भाजपा में शामिल हो चुके हैं। पिछले दिनों कांग्रेस की एक रैली हुई थी, उसमें नेताओं ने कहा था कि आप दोबारा से कांग्रेस में जाने के लिए बातचीत कर रहे हैं, ऐसा कैसे ही? आपके लोग ज्वाइन करना चाहते हैं कांग्रेस को? आप ज्वाइन करना आप मैं, अरे मैं क्यों ज्वाइन करूंगा? मैं तो सबसे पहले कांग्रेस को अलविदा कह के, बाकियों ने तो उसके बाद फॉलो अप किया है। मैंने तो सबसे पहले भारतीय जनता पार्टी का दामन थामा और मैं खड़ा हूं एक मजबूत थंब की तरह पार्टी के साथ, और पार्टी के लिए, लोगों की भलाई के लिए, फिरोजपुर के इलाके के लिए हमेशा खड़ा रहूंगा जब तक भी मेरे में सांस है। एमपी चुनावों को लेकर भाजपा की क्या कोशिश करेगी? बिल्कुल, एमपी चुनाव भाजपा 13 की 13 सीट लड़ेगी, ये हमारी लीडरशिप भी कह चुकी है और ऐसा जो तैयारियां भी हो रही हैं।
फिरोजपुर से आपका नाम क्लियर है कि आप भाजपा के प्रत्याशी हो सकते हैं? देखिए, ये बात का निर्णय करना हाईकमांड की बात है। वो फिरोजपुर से मेरे को प्रत्याशी बनाएं, कहीं और से बनाएं या ना बनाएं, तो ये बात पार्टी की है और जो पार्टी का आदेश होगा। आई एम ए स्पोर्ट्समैन, आई फॉलो द डिसिप्लिन, सो आई विल गो एज पर द पार्टीज डिसीजन। ਅਕਾਲੀ ਭਾਜਪਾ ਨਾਲ ਜੋੜ ਹੋਊਗਾ? देखिए, अकाली भाजपा का जोड़ कुछ लोगों की ऐसी सोच है, लेकिन अभी इस वक्त भारतीय जनता पार्टी की हाईकमांड में इसके बारे में कोई विचार नहीं। इन फ्यूचर है भी किसी संभावना पीजीआई ਦੇ ਗ੍ਰਹਿ ਮੰਤਰੀ ਜੀ ਦਾ? बिल्कुल, क्यों नहीं जी, गृह मंत्री जी आउणगे, हर हालत च आउणगे। ये तो इट्स ए क्वेश्चन ऑफ कोई टाइमिंग। कई दफ़ा इस तरह हो गया कि हो सकता है कि उन्होंने आ जड़ा टेंडर तो निकल गया, हो सकता है दसंबर तो पहला किसी टाइम भी उन्होंने प्रोग्राम इस दे निर्माण तो पहला बन जाए उन्होंने। ਸੰਭਾਵਨਾ ਹੈ। बिल्कुल है। ਰਾਣਾ ਜੀ, ਇੱਕ ਨਾ ਹਜ਼ਾਰੇ ਪੁਲ ਨੂੰ ਬਣਵਾਇਆ ਗਿਆ ਸੀ ਤੁਹਾਡੇ ਵੱਲੋਂ। ਹਾਂਜੀ। ਹੀਰਾ ਸੋਢੀ ਵੀ ਉੱਥੇ ਗਏ ਸੀ। हाँ जी। ਲੇਕਿਨ ਉਹ ਪੁਲ ਨੂੰ ਬਣਾਉਣ ਤੋਂ ਬਾਅਦ ਪ੍ਰਸ਼ਾਸਨ ਨੂੰ ਚਾਹੀਦਾ ਸੀ, ਹੁਣ ਪਾਣੀ ਉਤਰ ਗਿਆ, ਕਿ ਉਹਨੂੰ ਵਧੀਆ ਤਰੀਕੇ ਨਾਲ, ਵਧੀਆ ਢੰਗ ਨਾਲ ਦੁਬਾਰਾ PWD ਮਹਿਕਮਾ ਬਣਾ ਦਿੰਦਾ, ਪਰ ਉਹ ਉੱਥੇ ਹੀ ਖੜਾ ਜਿੱਥੇ ਤੁਸੀਂ ਉਹਨੂੰ ਬਣਾ ਕੇ ਛੱਡਿਆ ਸੀ। ਦੇਖੋ, ਉਹਦੇ 'ਚ ਮੈਂ ਕਲੈਰਿਟੀ ਨਾਲ ਕਰਨਾ ਚਾਹਣਾ ਕਿ ਉਸ ਵੇਲੇ ਬਹੁਤ ਜ਼ਬਰਦਸਤ ਹੜ੍ਹ ਆਏ ਸੀਗੇ, ਪਾਣੀ ਦਾ ਜਿਹੜਾ ਬਹਾਵ ਹੈ ਬੜਾ ਤੇਜ਼ ਸੀਗਾ। ਉਸ ਪੁਲ ਨੂੰ ਲੋਕਾਂ ਨੇ ਬੜੀ ਹਿੰਮਤ ਦੇ ਨਾਲ, ਅਸੀਂ ਜੋ ਉਹਨਾਂ ਦੀ ਮਦਦ ਹੋ ਸਕਦੀ ਸੀ ਅਸੀਂ ਪੁਲ ਨੂੰ ਬਣਵਾਇਆ। ਲੇਕਿਨ ਮੈਨੂੰ ਅਫਸੋਸ ਹੈ ਔਰ ਮੈਂ ਇਸ ਚੀਜ਼ ਦੀ ਨਿੰਦਾ ਕਰਦਾ ਸਰਕਾਰ ਦੀ, PWD ਡਿਪਾਰਟਮੈਂਟ ਦੀ ਜਾਂ ਜਿਹੜੇ ਵੀ ਡਿਜ਼ਾਸਟਰ ਮੈਨੇਜਮੈਂਟ ਦੀ, ਕਿ ਜਿਨ੍ਹਾਂ ਨੇ ਉਸ ਤੋਂ ਬਾਅਦ ਉਸ ਪੁਲ ਤੇ ਇੱਕ ਜਾ ਕੇ ਇੱਟ ਵੀ ਜਾਂ ਇੱਕ ਰੋੜਾ ਵੀ ਉੱਥੇ ਨਹੀਂ ਲਗਾਇਆ। ਉਹਨਾਂ ਨੂੰ ਚਾਹੀਦਾ ਕਿ ਉਸ ਪੁਲ ਨੂੰ ਮਜ਼ਬੂਤ ਕਰਨ, ਕਿਉਂਕਿ 10-12 ਪਿੰਡ ਜਿਹੜੇ ਨੇ ਉਹਦੇ ਨਾਲ ਇੱਕਦਮ ਕੱਟ ਆਫ ਹੋ ਜਾਂਦੇ ਨੇ। ਔਰ ਇਸ ਵੇਲੇ ਕਿਉਂਕਿ ਫਸਲ ਦਾ ਟਾਈਮ ਹੈ, ਉੱਧਰਲੇ ਪਰਲੇ ਪਾਸੇ ਮੰਡੀਆਂ ਨੇ, ਜੇ ਪੁਲ ਨੂੰ ਸਟਰੈਂਥਨ ਨਾ ਕੀਤਾ ਗਿਆ ਤੇ ਉਹ ਮੰਡੀਆਂ ਦੇ ਵਿੱਚ ਅਨਾਜ ਨਹੀਂ ਆਏਗਾ, ਉੱਥੇ ਵਪਾਰੀ ਅਨਾਜ ਖਰੀਦਣ ਜਾਂ ਸਰਕਾਰੀ ਏਜੰਸੀਆਂ ਨਹੀਂ ਜਾਣਗੀਆਂ, ਉਹਦੇ ਨਾਲ ਫਿਰ ਜਿਹੜਾ ਥੋੜਾ ਬਹੁਤਾ ਅਨਾਜ ਬਚਿਆ ਉਹਦਾ ਨੁਕਸਾਨ ਹੋਏਗਾ। ਤਾਂ ਮੈਂ ਇਹਦੀ ਵੀ ਅਪੀਲ ਕਰਦਾ, ਤੁਸੀਂ ਬੜਾ ਸਹੀ ਸਵਾਲ ਮੇਰੇ ਕੋਲ ਪੁੱਛਿਆ, ਲੇਕਿਨ ਸਰਕਾਰ ਨੇ ਉਹਦੇ ਤੇ ਕੋਈ ਹਾਲੇ ਅਸਰ ਨਹੀਂ ਕੀਤਾ। ਰਾਣਾ ਜੀ, ਲਾਸਟ ਤੇ ਇੰਨਾ ਦੱਸ ਦਿਓ ਜੀ, ਲੁੱਟਾਂ ਖੋਹਾਂ ਔਰ ਜਿਹੜਾ ਲਾਅ ਐਂਡ ਆਰਡਰ ਦੀ ਸਥਿਤੀ ਹੈ ਕਿਵੇਂ ਸਹੀ ਹੋ ਸਕਦੀ ਹੈ ਫਿਰੋਜ਼ਪੁਰ ਦੀ ਅਗਰ ਗੱਲ ਕਰੀਏ? ਦੇਖੋ, ਗੱਲ ਇਹ ਕਿ ਇਹਦੇ ਵਾਸਤੇ ਐਡਮਿਨਿਸਟ੍ਰੇਸ਼ਨ ਨੂੰ ਆਪਣੀਆਂ ਜਿਹੜੀਆਂ ਕਹਿੰਦੇ ਨਾ ਪੁੱਲ ਅਪ ਯੋਰ ਸੌਕਸ, ਉਹਨਾਂ ਨੂੰ ਵਿਜੀਲੈਂਟ ਹੋਰ ਹੋਣਾ ਪਏਗਾ, ਉਹਨਾਂ ਨੂੰ ਧਿਆਨ ਦੇਣਾ ਪਏਗਾ। ਜਿਹੜੇ ਪੁਲਿਸ ਫੋਰਸਿਸ ਜਿਹੜੀਆਂ ਨੇ ਵਧਾਈਆਂ ਜਾਣ, ਜਿਹੜੇ ਸਹੀ ਅਫਸਰ ਨੇ ਉਹਨਾਂ ਨੂੰ ਸਹੀ ਚਾਰਜ ਦਿੱਤਾ ਜਾਏ, ਤਾਂ ਕਿ ਲੋਕਾਂ ਨੂੰ ਇਸ ਚੀਜ਼ ਦਾ ਮਹਿਸੂਸ ਹੋਵੇ, ਕੌਨਫੀਡੈਂਸ ਆਵੇ ਕਿ ਮੌਜੂਦਾ ਸਰਕਾਰ ਜਿਹੜੀ ਹੈ ਉਹ ਉਹਨਾਂ ਦੀ ਜਾਨ ਤੇ ਮਾਲ ਦਾ ਧਿਆਨ ਰੱਖ ਰਹੀ। ਅੱਜ ਤੁਸੀਂ ਸਾਰੇ ਪੱਤਰਕਾਰ ਮੇਰੇ ਵੀਰ ਹੋ, ਰਿਸਪੈਕਟਡ ਹੋ, ਤੁਸੀਂ ਦੱਸੋ, ਤੁਹਾਨੂੰ ਨਹੀਂ ਪਤਾ ਵੀ ਇੱਥੇ ਸਕੂਟਰ ਤੇ ਜਾਂਦੇ ਤੁਹਾਡੇ ਕੋਲ ਤੁਹਾਡਾ ਕੈਮਰਾ ਖੋਲੇ, ਕੋਈ ਟੈਲੀਫੋਨ ਖੋਲੇ, ਕੋਈ ਤੁਹਾਡੇ ਕੋਲ ਕੋਈ ਹੈ ਰਸਤਾ, ਤੁਸੀਂ ਆਵਾਜ਼ਾਂ ਮਾਰਦੇ ਰਹੋ, ਕੋਈ ਬੰਦਾ ਹੀ ਨਹੀਂ ਨੇੜੇ ਆਏਗਾ। ਆ ਜਿਹੜੇ 2-3 ਹਾਦਸੇ ਲਗਾਤਾਰ ਹੁੰਦੇ ਰਹੇ ਨੇ, ਇਹਦੇ 'ਚ ਦੇਖੋ ਵੀ ਉਹਨਾਂ ਦੀ ਅੱਜ ਤੱਕ ਪੁਲਿਸ ਦੀ ਕੁਝ ਕੀਤਾ ਹੀ ਨਹੀਂ। ਸੋ ਪੁਲਿਸ ਇਜ਼ ਅ ਟੋਟਲ ਫੇਲਿਅਰ ਐਟ ਦ ਮੂਮੈਂਟ, ਔਰ ਉਹਨਾਂ ਨੂੰ ਚਾਹੀਦਾ ਕਿ ਇਹ ਜਿਹੜੀ ਆਪਣੀ ਐਡਮਿਨਿਸਟ੍ਰੇਸ਼ਨ ਨੂੰ, ਆਪਣੀ ਫੋਰਸਿਸ ਨੂੰ ਅਲਰਟ ਕਰਨ, ਤਾਂ कि लोगों का वो ध्यान रख सकें। प्रॉपर्टी बेचने और खरीदने के लिए संपर्क करें फेयर डील प्रॉपर्टीज।